ਹੈਲੋ। ਹਾਂਜੀ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਸ ਦਾ ਅਸੀਂ ਇੰਤਜ਼ਾਰ ਕਰ ਰਹੇ ਸੀ, ਸੰਪਰਕ ਕਰਨ ਦੀ ਕਾਫੀ ਦੇਰ ਤੋਂ ਕੋਸ਼ਿਸ਼ ਕਰ ਰਹੇ ਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ, ਜਥੇਦਾਰ ਰਣਜੀਤ ਸਿੰਘ ਜੀ, ਉਹ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਹਨ। ਮੈਂ ਬਹੁਤਾ ਵਿੱਚ ਆਪਣੀ ਗੱਲ ਨਾ ਕਰਾਂ। ਸਿੰਘ ਸਾਹਿਬ ਜੀ, ਆਪ ਜੀ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਔਰ ਆਪ ਨੂੰ ਬੇਨਤੀ ਕਰਾਂਗੇ ਕਿ ਇਹ ਨਾਨਕਸ਼ਾਹੀ ਕੈਲੰਡਰ ਦਾ ਉਸ ਦੇ ਬਾਰੇ ਆਪ ਦੱਸੋ। ਸਭ ਤੋਂ ਪਹਿਲੀ ਗੱਲ ਤੇ ਆਪ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਆਪ ਦਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਮੈਂ ਆਪ ਦੇ ਗੱਲ ਕਰਨ ਤੋਂ ਪਹਿਲੇ ਇੱਕ ਦੱਸਦੇ ਹਾਂ। ਪੁੱਛਣਾ ਚਾਹੁੰਦੇ ਜੀ ਜੀ, ਮੈਂ ਇਹੀ ਦੱਸਣਾ ਚਾਹੁੰਦਾ, ਆਪ ਤੋਂ ਬੇਨਤੀ ਹੈ ਕਿ ਆਪ ਜਾਣਕਾਰੀ ਦਿਓ। ਸਭ ਤੋਂ ਪਹਿਲੀ ਗੱਲ ਤਾਂ ਕਈ ਦੇ ਛੋਟੇ ਛੋਟੇ ਸਵਾਲ ਹਨ ਜਿਹੜੇ ਕਿ ਸੰਗਤ ਦੇ, ਜਿਹੜੇ ਲੋਕਾਂ ਦੇ। ਪਹਿਲੀ ਗੱਲ ਤਾਂ ਹੈ ਕਿ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਇੱਕ ਕੈਲੰਡਰ ਸਰਬਸੰਮਤੀ ਨਾਲ ਸੀ, ਪਰ ਜੋ ਰਿਕਾਰਡ ਦੇਖਣ ਵਿੱਚ ਆਉਂਦਾ ਹੈ, ਆਪ ਦੀ ਸਹਿਮਤੀ ਨਹੀਂ ਸੀ, ਆਪ ਨੇ ਵਿਰੋਧ ਕੀਤਾ। ਵੱਖ-ਵੱਖ ਸੰਪਰਦਾਵਾਂ, ਵੱਖ-ਵੱਖ ਤਖਤਾਂ ਦੇ ਉੱਤੋਂ ਇਹਨੂੰ ਪ੍ਰਵਾਨਗੀ ਨਹੀਂ ਮਿਲੀ, ਫਿਰ ਵੀ ਇਸ ਦੇ ਉੱਤੇ ਸਰਬਸੰਮਤੀ ਦੀ ਮੋਹਰ ਲਾ ਦੇਣੀ। ਔਰ ਨਾਲ ਹੀ ਜਿਸ ਦਿਨ ਇਹ ਜਾਰੀ ਕੀਤਾ ਗਿਆ 13 ਅਪ੍ਰੈਲ 2003 ਨੂੰ, ਉਸ ਦਿਨ ਦੀ ਟ੍ਰਿਬਿਊਨ ਦੀ ਵੀ ਰਿਪੋਰਟ ਹੈ ਕਿ ਇਹ ਕੈਲੰਡਰ ਪੂਰੀ ਸੀਕ੍ਰੇਸੀ ਦੇ ਵਿੱਚ, ਪੂਰੇ ਗੁਪਤ ਤਰੀਕੇ ਦੇ ਨਾਲ ਰੱਖਿਆ ਗਿਆ ਔਰ ਇਹਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਫਿਰ ਕੀ ਇਸ ਨੂੰ ਸਰਬਸੰਮਤੀ ਕਹੀ ਜਾ ਸਕਦੀ ਹੈ? ਔਰ ਅਗਰ ਆਪ ਨੇ ਇਸ ਦੇ ਨਾਲ ਸਹਿਮਤੀ ਨਹੀਂ ਪ੍ਰਗਟਾਈ ਤਾਂ ਕਿਉਂ ਨਹੀਂ ਪ੍ਰਗਟਾਈ? ਲਾਂਬਾ ਸਾਹਿਬ, ਇੱਕ ਤਾਂ ਜਿਸ ਤਰ੍ਹਾਂ ਇਹਦੀ ਸਰਬਸੰਮਤੀ ਬਣੀ ਆ, ਉਹਨੂੰ ਇਸੇ ਤਰੀਕੇ ਦੇ ਨਾਲ ਹੀ ਸਾਡੇ ਤੇ ਲਾਗੂ ਕੀਤਾ ਹੋਇਆ। ਕਮੀਆਂ ਨੇ। ਦੂਸਰੀ ਗੱਲ ਜਿਹੜੀ ਕੈਲੰਡਰ ਦੀ ਤੁਸੀਂ ਗੱਲ ਕੀਤੀ ਹੈ, ਕੈਲੰਡਰ ਕਿਉਂਕਿ ਇਹ ਅਧੂਰਾ ਕੈਲੰਡਰ ਸੀ, ਇਹ ਸਾਡੀ ਤਸੱਲੀ ਨਹੀਂ ਸੀ ਕਰਦਾ, ਇਸ ਕਰਕੇ ਮੈਂ ਇਸ ਨੂੰ ਰੱਦ ਕਰ ਦਿੱਤਾ ਤੇ ਚਿੱਠੀ ਲਿਖ ਕੇ ਪ੍ਰਬੰਧਕ ਕਮੇਟੀ ਨੂੰ ਇਸ ਨੂੰ ਲਾਗੂ ਨਾ ਕਰਨ ਲਈ ਕਿਹਾ, ਜਿੰਨੀ ਦੇਰ ਤੱਕ ਇਹਦੇ ਤੇ ਆਮ ਸਹਿਮਤੀ ਨਹੀਂ ਬਣਦੀ ਜੀ। ਉਹ ਦੋਹਰਾ ਸਾਹਿਬ ਨੇ ਇਸ ਨੂੰ ਰੱਦ ਕਰਕੇ ਰੋਕ ਲਾ ਦਿੱਤੀ ਤੇ ਅੱਗੇ ਤੋਂ ਇਹਨੂੰ ਸੈਮੀਨਾਰ ਕਰਕੇ ਜਾਂ ਕਿਸੇ ਤਰੀਕੇ ਸਹਿਮਤੀ ਬਣਾਉਣ ਲਈ ਮੈਨੂੰ ਵਚਨ ਦਿੱਤਾ ਜੀ ਜੀ। ਉਸ ਤੋਂ ਬਾਅਦ ਇਹ ਪੂਰਨ ਸਿੰਘ ਜੀ ਆਏ ਜੀ, ਪੂਰਨ ਸਿੰਘ ਜੀ ਆਏ, ਬੀਬੀ ਜੀ ਆਏ ਤੇ ਬੀਬੀ ਜਗੀਰ ਕੌਰ ਨੇ ਇਸ ਕੈਲੰਡਰ ਨੂੰ ਲਾਗੂ ਕਰਨ ਲਈ ਫਿਰ ਉਹ ਐਲਾਨ ਕਰ ਦਿੱਤਾ ਤੇ ਅਕਾਲ ਤਖਤ ਸਾਹਿਬ ਤੇ ਪੂਰਨ ਸਿੰਘ ਨੇ ਮੀਟਿੰਗ ਬੁਲਾਈ ਜੀ। ਉਹ ਮੀਟਿੰਗ ਜਿਹੜੀ ਸੀ ਉਸ ਨੂੰ ਰੱਦ ਕਰਕੇ ਅਗਲੇ ਦਿਨ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਮੀਟਿੰਗ ਸੱਦ ਰਹੀ ਆਪਣੀ, 3-4 ਬੰਦਿਆਂ ਨੂੰ ਵਧਾ ਕੇ ਹੋਰ ਜੀ। ਉਹਦੇ ਵਿੱਚ ਗਿਆਨੀ ਪੂਰਨ ਸਿੰਘ ਜੀ ਇਨਵੋਲਵ ਹੋ ਰਹੇ ਨੇ ਜੀ। ਇੱਕ ਤੇ ਉੱਥੇ ਦੱਸੋ ਤੁਸੀਂ, ਅਕਾਲ ਤਖਤ ਦੀ ਕੀ ਰਹੀ ਜਿਹੜਾ ਮੀਰੀ ਪੀਰੀ ਦਾ ਸਿਧਾਂਤ, ਪੰਥ ਗ੍ਰੰਥ ਦਾ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ, ਉਹਨੂੰ ਰੱਦ ਕਰਕੇ ਤੇ ਉਹਦੀ ਆਵਾਜ਼ ਨੂੰ ਰੱਦ ਕਰਕੇ ਤੇ ਇੱਕ ਪਾਰਲੀਮੈਂਟ ਵੱਲੋਂ ਬਣਿਆ ਹੋਇਆ ਐਕਟ ਜਿਹੜਾ ਉਹਦੇ ਅਧੀਨ ਚੱਲ ਰਹੀ ਪ੍ਰਧਾਨ ਪ੍ਰਬੰਧਕ ਕਮੇਟੀ ਦੀ, ਉਹ ਆਪਣੀ ਮੀਟਿੰਗ ਬੁਲਾ ਰਹੀ ਤੇ ਅਕਾਲ ਤਖਤ ਦਾ ਜਥੇਦਾਰ ਹੋਣ ਵਾਲਾ ਉਹ 'ਚ ਸ਼ਾਮਲ ਹੋ ਰਿਹਾ ਜੀ। ਇਸ ਕੈਲੰਡਰ ਨੇ ਸਾਨੂੰ ਕਿੰਨੀ ਕੁ ਪ੍ਰਭਤਾ ਦਿੱਤੀ, ਸਾਨੂੰ ਕਿੰਨੀ ਕੁ ਮਾਨਤਾ ਦਵਾਈ, ਸਾਨੂੰ ਕਿੰਨਾ ਕੁ ਰੋਬ ਦਵਾਇਆ, ਉਹਦਾ ਤਾਂ ਮੈਂ ਕਹਿ ਨਹੀਂ ਸਕਦਾ, ਪਰ ਇਹਨੇ ਅਕਾਲ ਤਖਤ ਦੇ ਪੱਲੇ ਕੱਖ ਨਹੀਂ ਛੱਡਿਆ ਜੀ ਜੀ ਜੀ। ਅੱਜ ਅਸੀਂ ਕਹਿ ਸਕਦੇ ਜੀ ਜੀ। ਮੀਟਿੰਗ ਬੁਲਾ ਰਹੇ ਨੇ 5 ਗ੍ਰੰਥੀ ਤੇ ਅਗਲੇ ਦਿਨ ਫੈਸਲਾ ਕਰ ਰਹੇ ਜੀ, ਲੜ ਭਿੜ ਕੇ ਜੀ ਉਹ ਨਿਰਣੇ ਤੇ ਨਹੀਂ ਪਹੁੰਚ ਸਕੇ, ਅਸੀਂ ਕਮੇਟੀ ਨੂੰ ਸੌਂਪ ਰਹੇ ਜੀ। ਇਹਦਾ ਮਤਲਬ ਪੰਥ ਤੇ ਗ੍ਰੰਥ ਨਾਲੋਂ ਕਮੇਟੀ ਵੱਡੀ ਹੋ ਗਈ ਜੀ। ਤੇ ਮੀਰੀ ਪੀਰੀ ਦੇ ਸਿਧਾਂਤ ਜਿੱਥੇ ਤੁਸੀਂ ਬੈਠੇ ਉਹਦੇ ਨਾਲ ਕਮੇਟੀ ਵੱਡੀ ਹੋ ਗਈ ਜੀ ਜੀ ਜੀ। ਉਹ ਬੌੜੀ ਰੱਬ ਦੀ ਤੁਸੀਂ ਦੇਖੋ, ਕਮੇਟੀ ਦਾ ਪ੍ਰਧਾਨ ਇੱਕ ਮਹਿਤਾ ਤੇ ਇੱਕ ਉਹ ਐਡਵੋਕੇਟ ਹੋਣ ਵਾਲਾ ਮੈਂਬਰ ਜਿਹਨੂੰ ਚੰਗਾ ਮੁਨਸ਼ੀ, ਚੰਗਾ ਵਕੀਲ ਆਪਣਾ ਮੁਨਸ਼ੀ ਰੱਖਣ ਨੂੰ ਤਿਆਰ ਨੇ, ਉਹ ਤਿੰਨੇ ਜਾਣੇ ਅਗਲੇ ਦਿਨ ਸਾਈਨ ਕਰਕੇ ਇਹਨੂੰ ਲਾਗੂ ਕਰਨ ਦੇ ਨੇ। ਇਸ ਕੈਲੰਡਰ ਦੇ ਵਿੱਚ ਇਹ ਜਿਹੜਾ ਤਮਾਸ਼ਾ ਬਣਿਆ ਸਾਡੇ ਲੀਡਰਾਂ ਨੇ ਬਣਾਇਆ ਤੇ ਖਾਸ ਕਰਕੇ ਗ੍ਰੰਥੀਆਂ ਨੇ ਤੇ ਪ੍ਰਧਾਨ ਪ੍ਰਬੰਧਕ ਕਮੇਟੀ ਦੇ ਨੇ, ਉਹ ਕੌਮ ਤਮਾਸ਼ਾ ਬਣ ਗਈ ਤੇ ਅਕਾਲ ਤਖਤ ਦੇ ਪੱਲੇ ਥੱਕਾ ਨਹੀਂ ਰਿਹਾ ਜੀ ਜੀ। ਇਹ ਸਾਡੇ ਲਈ ਬੜੀ ਦੁਖਦਾਈ ਗੱਲ ਹੈ। ਦੂਸਰੀ ਗੱਲ, ਇਹ ਕੈਲੰਡਰ ਜਿਹੜਾ ਇਹਦੇ ਵਿੱਚ ਕੀ ਕਮੀਆਂ ਨੇ, ਕੀ ਉਹਦੇ ਵਿੱਚ ਖੂਬੀਆਂ ਨੇ ਜੀ। ਖੂਬੀਆਂ ਦਾ ਮੈਨੂੰ ਪਤਾ ਨਹੀਂ, ਪਰ ਜਿਹੜੀਆਂ ਕਮੀਆਂ ਨੇ ਉਹਦੇ ਵਿੱਚ ਇਹਨਾਂ ਨੇ ਇਸ ਤਰੀਕੇ ਨਾਲ ਕੈਲੰਡਰ ਨੂੰ ਪੇਸ਼ ਕੀਤਾ ਜਿਵੇਂ ਚੰਦਰਮਾ ਸਾਡਾ ਨਹੀਂ, ਬ੍ਰਾਹਮਣਾਂ ਦੀ ਮਲਕੀਅਤ ਹੋਵੇ ਜੀ
ਜੀ ਜਿਹੜਾ ਚੰਦਰਮਾ ਨੂੰ ਅੱਜ ਤੱਕ ਪੰਜਾਬ ਦੇ ਪਿੰਡਾਂ 'ਚ ਇੱਕ ਕੈਲੰਡਰ ਮੰਨਿਆ ਜਾਂਦਾ ਸੀ ਅਨਪੜ੍ਹ ਬੰਦੇ ਦਾ, ਜੀ ਜੀ, ਉਸ ਚੰਦਰਮਾ ਨੂੰ ਜਿਵੇਂ ਗਾਲ ਕੱਢ ਰਹੇ ਹੋ, ਇਹ ਵਿਸਾਖ ਤੋਂ ਜਿਵੇਂ ਇਹਨਾਂ ਨੂੰ ਚਿੜ ਹੋਵੇ। ਮੈਂ ਹੈਰਾਨ ਆ ਕਿ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ 12 ਮਹੀਨਿਆਂ ਦੇ ਨਾਂ ਗਿਣੇ ਤੇ 12 ਮਹੀਨਿਆਂ ਦੀ ਤਫਸੀਰ ਦਿੱਤੀ ਤੇ ਉਹਨਾਂ ਦੇ ਗੁਣ ਅਵਗੁਣ ਜਿਹੜੇ ਉਹ ਦੱਸੇ। ਜੀ ਜੀ। ਤੇ ਪ੍ਰਮਾਤਮਾ ਵੱਲ ਹਰ ਮਹੀਨੇ ਸਾਨੂੰ ਜੋੜਿਆ ਜੀ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਨੇ 12 ਮਾਹ ਲਿਖੇ, ਉਹਨਾਂ ਨੇ ਚੇਤ ਵਿਸਾਖ ਤੋਂ ਅਖੀਰਲੇ ਮਹੀਨੇ ਤੱਕ ਸਾਰਿਆਂ ਮਹੀਨਾ ਦੇ ਗੁਣ ਲਿਖੇ ਜੀ, ਤੇ ਸਾਨੂੰ ਅਕਾਲ ਪੁਰਖ ਨਾਲ ਜੋੜਿਆ ਜੀ। ਉਹਨਾਂ ਦੇ ਵਿੱਚ ਮਹੀਨਿਆਂ ਦੀ ਤਫਸੀਰ ਵੀ ਲਿਖੀ ਜੀ। ਅੱਜ ਦੇਖੋ, ਅੱਜ ਅਸੀਂ ਇਹਨਾਂ ਨਾਲ ਜਦੋਂ ਮੈਂ ਡਿਸਕਸ ਕੀਤੀ ਪੁਰੇਵਾਲ ਸਾਹਿਬ ਨਾਲ, ਉਹਨਾਂ ਦਾ ਇਹ ਕਹਿਣਾ ਸੀ ਕਿ 400 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਜਿਹੜਾ ਉਹ ਹਾੜ ਵਿੱਚ ਆਇਆ ਕਰੂਗਾ ਜੀ ਜੀ, ਜੇ ਇਸ ਤਰ੍ਹਾਂ ਚੱਲਦੇ ਰਹੇ, ਜੇ ਕੈਲੰਡਰ ਨਾ ਬਣਾਇਆ ਜੀ। ਉਹ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਰੱਖਦਾ, ਕਿਉਂਕਿ ਤਾਰਕਾ ਮੰਡਲ ਬਾਰੇ, ਭੂਗੋਲਿਕ ਸਥਿਤੀ ਬਾਰੇ, ਵਾਯੂ ਮੰਡਲ ਬਾਰੇ, ਗ੍ਰਹਿਾਂ ਬਾਰੇ, ਸੂਰਜ ਦੀ ਚਾਲ ਬਾਰੇ, ਚੰਦਰਮਾ ਦੀ ਚਾਲ ਬਾਰੇ ਮੈਨੂੰ ਗਿਆਨ ਨਹੀਂ ਜੀ ਜੀ। ਪਰ ਮੈਨੂੰ ਤੁਸੀਂ ਇੱਕ ਦੋ ਗੱਲਾਂ ਦਾ ਜਵਾਬ ਦਿਓ ਕਿ 550 ਸਾਲ ਪਹਿਲਾਂ ਜਿਹੜੇ ਮਹੀਨਿਆਂ ਦੇ ਨਾਂ ਗਿਣੇ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਨੇ 5.5 ਸਦੀਆਂ ਪਹਿਲਾਂ, ਉਹ ਕਹਿੰਦੇ ਹਾੜ ਤਪਦਾ ਪਿਆ ਤੇ ਅੱਜ ਵੀ ਹਾੜ ਤਪਦਾ ਜੀ ਜੀ। ਉਹ ਕਹਿੰਦੇ ਕਿ ਸੌਣ ਦੇ ਮਹੀਨੇ ਚ ਦਾਦਰ ਮੋਰ ਲਵੰਤੇ ਭੁਜੰਗਮ ਫਿਰੇ ਦਸੰਤੇ, ਉਹ ਮਾਹੌਲ ਅੱਜ ਵੀ ਆ ਜੀ ਜੀ। ਉਹਦੇ ਵਿੱਚ ਕੋਫ ਤੁਖਾਰ ਹੈ, ਉਹਦੇ ਵਿੱਚ ਠੰਡ ਹੈ, ਉਹ ਅੱਜ ਵੀ ਠੰਡ ਆ ਜੀ ਜੀ। ਫਿਰ ਅਗਲੇ 400 ਸਾਲ ਦਾ ਤੁਹਾਨੂੰ ਚਿੰਤਾ ਕਿਉਂ ਪਈ ਤੇ ਤੁਹਾਨੂੰ ਇਹ ਗਰੰਟੀ ਕਿਹਨੇ ਦਿੱਤੀ ਕਿ ਬਦਲ ਜਾਣਗੇ ਜਾਂ ਮੌਸਮ ਜਿਹੜੇ ਇਸ ਤਰ੍ਹਾਂ ਹੋ ਜਾਣਗੇ ਜੀ ਜੀ। ਇੱਕ 5 ਜਨਵਰੀ ਲੈ ਲੈਣਾ, 5 ਜਨਵਰੀ ਨੂੰ ਗੁਰਪੁਰਬ ਹੋਵੇ, ਇਹ ਕੀ ਪ੍ਰਾਪਤੀ ਹੈ? ਇੱਕ 10 ਦਿਨ ਇਹ ਕੈਲੰਡਰ 21 ਦਿਨ ਅੱਗੇ ਹੋਇਆ 1750 ਸਾਲ ਦੇ ਵਿੱਚ ਪੋਪ ਗ੍ਰੈਗਰੀ ਨੇ ਕੀਤਾ। ਕੈਲੰਡਰ ਨੇ 3 ਪੋਹ ਨੂੰ 13 ਪੋਹ ਬਣਾ ਦਿੱਤਾ ਤੇ ਸਾਡੇ ਇਤਿਹਾਸਕਾਰ ਅੱਜ ਤੱਕ ਧੋਖੇ ਚ ਤੁਰੇ ਫਿਰਦੇ ਨੇ। 13 ਪੋਹ ਨੂੰ ਸ਼ਹੀਦੀ ਦਿਨ ਮਨਾਈ ਜਾਂਦਾ ਹੈ, 13 ਤਰੀਕ ਨੂੰ 13 ਪੋਹ ਮੰਨ ਕੇ ਤੇ ਇੰਗਲਿਸ਼ ਤਰੀਕਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨਾਈ ਜਾ ਰਹੇ ਨੇ ਜੀ ਜੀ ਜੀ। 17 ਮੱਕਰ ਦੀ ਸ਼ਹਾਦਤ ਬਣਦੀ ਆ ਵੱਡੇ ਸਾਹਿਬਜ਼ਾਦਿਆਂ ਦੀ, ਤੇ ਸਾਰੀਆਂ ਵਹੀ ਖਾਤਿਆਂ 'ਚ ਲਿਖਿਆ ਹੋਇਆ ਜੀ ਕਿ ਅੱਜ ਜਿਹੜਾ ਅੱਜ ਪੋਹ ਨੂੰ ਮਨਾਉਂਦੇ ਨੇ। ਸਿੰਘ ਸਾਹਿਬ ਜੀ, ਇਹਦੇ 'ਚ ਮੈਂ ਇਹਨਾਂ ਨੇ ਜਿਹੜਾ ਅੱਜ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਹਾੜ ਤਪਦਾ ਪਿਆ, ਤੁਸੀਂ ਮੇਰੇ ਕੋਲ ਬੈਠੇ ਹੋ ਹਾੜ ਦੇ ਮਹੀਨੇ 'ਚ ਅੰਮ੍ਰਿਤਸਰ, ਤੇ ਜਦੋਂ ਟੋਰਾਂਟੋ ਜਾਓਗੇ ਉੱਥੇ ਬਰਫ਼ ਪੈਣ ਲਈ ਹੋਊਗੀ ਤੇ ਉੱਥੇ ਤੁਸੀਂ ਬਾਣੀ ਬਦਲ ਦਿਓਗੇ ਜੀ ਜੀ ਜੀ। ਤੇ ਇਹ ਜਿਹੜੀਆਂ ਚੀਜ਼ਾਂ ਦਾ ਭਾਵ ਨਾ ਮਿਲਣ ਕਰਕੇ ਮੈਂ ਇਸ ਕੈਲੰਡਰ ਨੂੰ ਰੱਦ ਕੀਤਾ ਜੀ। ਮੈਂ ਸਮਝਦਾ ਇਸ ਕੈਲੰਡਰ ਨੇ ਸਾਡਾ ਨੁਕਸਾਨ ਬਹੁਤ ਕੀਤਾ, ਵੰਡੀਆਂ ਬੜੀਆਂ ਪਾਈਆਂ ਜੀ। ਖਾਸ ਕਰਕੇ ਗ੍ਰੰਥੀਆਂ ਨੇ ਇਹ ਜਿੰਨੀ ਦੁਰਦਸ਼ਾ ਕੀਤੀ ਪੰਥ ਦੇ ਗ੍ਰੰਥ ਦੇ ਸਿਧਾਂਤੀ ਤੇ ਮੇਰੀ ਪੀੜੀ ਦੇ ਕਨਸੈਪਟ ਦੀ, ਉਹ ਮੈਂ ਦੱਸ ਨਹੀਂ ਸਕਦਾ। ਅੱਛਾ ਸਿੰਘ ਸਾਹਿਬ ਜੀ, ਇਹਦੇ 'ਚ ਇੱਕ ਦੋ ਛੋਟੇ ਸਵਾਲ ਹੈਗੇ ਆ, ਜੇਕਰ ਆਪ ਜੀ ਉਹਨੂੰ ਥੋੜਾ ਜਿਹਾ ਸਪਸ਼ਟੀਕਰਨ ਦੇ ਸਕੋ ਕਿ ਜਿਵੇਂ ਮੱਸਿਆ ਹੈ, ਪੁੰਨਿਆ ਹੈ, ਸੰਗਰਾਂਦ ਹੈ, ਇਹ ਕੁਦਰਤ ਦੇ ਨਿਯਮ ਹੈ, ਉਹ ਦਿਨ ਮੁਕਰਰ ਹੋਣਗੇ, ਪਰ ਇਹਨਾਂ ਨੇ ਸੰਗਰਾਂਦ ਦਾ ਦਿਨ ਵੀ ਮੁਕਰਰ ਕਰ ਦਿੱਤਾ, ਪਰ ਉਹਦੇ 'ਚ ਇਹ ਕਿਹਾ ਕਿਉਂਕਿ ਇਹ ਸੰਗਰਾਂਦ ਹੈ ਨਹੀਂ, ਕਿਉਂਕਿ ਸੂਰਜ ਇੱਕ ਰਾਸ਼ੀ ਤੋਂ ਦੂਜੀ 'ਚ ਨਹੀਂ ਜਾਂਦਾ, ਇਸ ਕਰਕੇ ਅਸੀਂ ਇਸ ਨੂੰ ਪ੍ਰਵਿਸ਼ਟੇ ਕਹਾਂਗੇ। ਇਹਨਾਂ ਨੇ ਸ਼ੁਰੂ ਦੇ ਵਿੱਚ ਜਿਹੜੀ ਉਹ ਜੰਤਰੀ ਛਾਪੀ ਉਹਦੇ 'ਚ ਪ੍ਰਵਿਸ਼ਟੇ ਲਿਖਿਆ, ਪਰ ਥੋੜੇ ਦਿਨਾਂ ਬਾਅਦ ਫਿਰ ਇਹਨੂੰ ਸੰਗਰਾਂਦ ਕਹਿਣਾ ਸ਼ੁਰੂ ਕਰ ਦਿੱਤਾ। ਕੀ ਸੰਗਰਾਂਦ ਦੀ ਤਰੀਕ ਜਿਹੜੀ ਹੈ ਇਹਨਾਂ ਨੇ ਆਪਣੇ ਆਪ ਆਰਬਿਟਰੇਰੀ ਤਰੀਕੇ ਨਾਲ ਉਹ ਕਿਵੇਂ ਮੁਕਰਰ ਕਰ ਦਿੱਤੀ ਕਿ ਇਹ ਫਲਾਣੀ ਤਰੀਕ ਨੂੰ 15 ਜਨਵਰੀ ਨੂੰ ਹੋਏ ਜਾਂ 16 ਜਨਵਰੀ ਨੂੰ ਹੋਏ? ਇਹਦਾ ਕੀ ਆਧਾਰ ਸੀਗਾ? ਇੱਕ ਤਾਂ ਇਹ ਪਤਾ ਨਹੀਂ, ਇਹ ਸਾਬਤ ਕਰਨਾ ਚਾਹੁੰਦੇ ਆ ਕਿ ਸਾਡੇ ਜਿੰਨਾ ਕੱਟੜ ਸਿੱਖ ਕੋਈ ਨਹੀਂ, ਤੇ ਸ਼ਾਇਦ ਗੁਰੂ ਸਾਹਿਬ ਦੀ ਗਲਤੀ ਵਿੱਚ ਹੋਣਗੇ ਕਿ ਉਹਨਾਂ ਨੇ ਆਪਣੇ 250 ਸਾਲ ਦੇ ਵਿੱਚ ਇਸ ਚੀਜ਼ ਦੀ ਲੋੜ ਹੀ ਨਹੀਂ ਸਮਝੀ ਜਿਹੜੀ ਅੱਜ ਸਾਨੂੰ ਲੋੜ ਮਹਿਸੂਸ ਹੋ ਰਹੀ ਜੀ ਜੀ। ਇੱਕ ਸ਼ਰਾਬ ਦਾ ਨਾਂ ਚੇਂਜ ਕਰਨ ਨਾਲ ਉਹਦੀ ਤਸਵੀਰ ਬਦਲ ਜੂ, ਉਹਦਾ ਨਸ਼ਾ ਬਦਲ ਜੂਗਾ ਜੀ ਜੀ। ਇਹ ਜਿਹੜਾ ਤੁਹਾਨੂੰ ਮੈਂ ਪਹਿਲਾਂ ਅੱਜ ਕਰ ਚੁੱਕਾ ਕਿ ਇੱਕ ਨਫ਼ਰਤ ਕਰਨੀ ਚੰਦਰਮਾ ਤੋਂ ਕਿ ਉਹ ਬ੍ਰਾਹਮਣ ਉਹਨੂੰ ਪੂਜਦੇ ਨੇ, ਉਹਨੂੰ ਪੂਰਨਮਾਸ਼ੀ ਕਹਿੰਦੇ ਨੇ। ਸਾਨੂੰ ਗੁਰੂ ਸਾਹਿਬ ਨੇ ਉਸੇ ਦਿਨ ਦੇ ਚੰਦਰਮਾ ਦੇ ਹਿਸਾਬ ਨਾਲ ਸਾਨੂੰ ਪ੍ਰਮਾਤਮਾ ਨਾਲ ਜੋੜਿਆ। ਤੁਸੀਂ ਗੁਰਬਾਣੀ ਚ ਕਿਤੇ ਵੀ ਸਟੱਡੀ ਕਰਕੇ ਦੇਖੋ, ਗੁਰੂ ਸਾਹਿਬ ਨੇ ਸਾਨੂੰ ਕਿਸੇ ਵੀ ਤਰੀਕੇ ਜਦੋਂ ਬ੍ਰਾਹਮਣ ਸਾਨੂੰ ਕਰਮਕਾਂਡ ਚ ਜੋੜਦਾ ਉਸ ਦਿਨ ਸਾਨੂੰ ਗੁਰੂ ਸਾਹਿਬ ਨੇ ਪ੍ਰਮਾਤਮਾ ਨਾਲ ਜੋੜਿਆ ਜੀ ਜੀ। ਬਿਲਕੁਲ ਲੋੜ ਤੇ ਹੈਗੀ ਪ੍ਰਮਾਤਮਾ ਨਾਲ ਜੁੜਨ ਦੀ, ਨਾ ਕਿ ਉਸ
ਉਸ ਦਿਨ ਦੇ ਚੰਦਰਮਾ ਨੂੰ ਜਾਂ ਉਸ ਦਿਨ ਦੇ ਮਾਹੌਲ ਨੂੰ ਰੱਦ ਕਰਨ ਦੀ ਜੀ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਪੰਜਾਬ ਦਾ ਪੇਂਡੂ ਬੰਦਾ ਅੱਜ ਵੀ ਚੰਦਰਮਾ ਦੇਖ ਕੇ ਕਹਿੰਦਾ ਇੰਨੇ ਦਿਨ ਮਹੀਨਾ ਚਲੇ ਗਿਆ, ਇੰਨੇ ਦਿਨ ਰਹਿ ਗਿਆ, ਅੱਜ ਮੱਸਿਆ, ਅੱਜ ਚੌਥੇ, ਅੱਜ ਪੁੰਨਿਆ, ਅੱਜ ਸੰਗਰਾਂਦ, ਇਹ ਚੰਦਰਮਾ ਦੇਖ ਕੇ ਦੱਸ ਦਿੰਦਾ। ਜੀ 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 ਔਰ ਬਹੁਤ ਜ਼ਿਆਦਾ ਜੀ ਜੀ ਇਹ ਬਹੁਤ ਜ਼ਿਆਦਾ ਕੁਦਰਤ ਦੇ ਨੇੜੇ ਸਿੱਧਾ ਜਾਪਦਾ ਹੈ, ਕਿਉਂਕਿ ਜਿਹੜੀ ਕੱਤਕ ਪੁੰਨਿਆ ਦੀ ਰਾਤ ਹੈ ਜਾਂ ਪੋਹ ਸੁਦੀ ਸੱਤਵੀਂ ਹੈ, ਉਹ ਭਾਵੇਂ ਲੱਖਾਂ ਸਾਲ ਬਾਅਦ ਹੋਏ, ਉਹ ਆਕਾਸ਼ ਦੀ ਤਾਰਕਾ ਮੰਡਲ ਦੀ ਉਹੀ ਰਹੇਗੀ। ਤੁਹਾਨੂੰ ਦਿਨ ਭੈੜਾ ਲੱਗਦਾ ਨਾ, ਜਿਹੜੇ ਕਹਿਣ ਦੇ ਭਾਵ ਹੈ ਕਿ ਪੋਹ ਸੁਦੀ ਸੱਤਵੀਂ ਕਿਉਂ ਕਿਹਾ ਜਾਂਦਾ ਜੀ, ਤੇ ਜੇ ਇਹ ਸ਼ਬਦ ਗੁਰੂ ਸਾਹਿਬ ਨੇ ਕਹੇ ਨੇ ਜੀ, ਕਿ ਗੁਰੂ ਸਾਹਿਬ ਨੇ ਕਿਹਾ ਕਿ ਆਵਣ ਖੱਤਰੇ ਜਾਨ ਸਤਾਨ ਮੇ ਹੋਰ ਵੀ ਉੱਠਸੀ ਮਰਦ ਕਾ ਚੇਲਾ, ਤੇ ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਜੀ 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 ਇਹ ਸੰਮਤ ਦਾ ਨਾਂ ਗੁਰੂ ਨਾਨਕ ਸਾਹਿਬ ਲੈ ਰਹੇ ਨੇ, ਜੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਰਚਨਾ 'ਚ ਲੈ ਰਹੇ ਨੇ ਜੀ, ਤੇ ਅਸੀਂ ਉਹਦੇ ਵਿੱਚ ਕਿਵੇਂ ਕਸੂਰਵਾਰ ਹੈ ਤੇ ਇਹਨਾਂ ਨੂੰ ਉਹ ਕਿਉਂ ਬੁਰਾ ਲੱਗੇ? ਜੀ ਜੀ ਪਰ ਇੱਕ ਗੱਲ ਹੈ ਇਹਦੇ ਵਿੱਚ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਕੈਲੰਡਰ ਬਣਨਾ ਚਾਹੀਦਾ ਸਾਡਾ, ਪਰ 500 ਸਾਲ ਨਹੀਂ ਬਣਿਆ ਤੇ ਅਸੀਂ ਖਤਮ ਨਹੀਂ ਹੋ ਗਏ ਜੀ, ਸਾਡੀ ਆਇਡੈਂਟੀਟੀ ਖਤਮ ਨਹੀਂ ਹੋਈ ਜੀ, ਇੱਕ ਕੌਮ ਦੇ ਕਾਜ ਖਤਮ ਨਹੀਂ ਹੋਏ ਜੀ ਜੀ, ਇੱਕ ਕੌਮ 500 ਸਾਲ ਦੀ ਤੋਂ ਜਿਹੜੀ ਬਿਨਾਂ ਕੈਲੰਡਰ ਤੋਂ ਆਈ ਆ ਤੇ 5 ਸਾਲ ਹੋਰ ਲਾ ਸਕਦੀ ਆ, ਪਰ ਕੈਲੰਡਰ ਜਿਹੜਾ ਤਸੱਲੀ ਨਾਲ ਬਣਨਾ ਚਾਹੀਦਾ ਜੀ, ਉਹਦੇ ਵਿੱਚ ਸਾਡੀ ਇਤਿਹਾਸਕ ਹਸਤੀ ਨੂੰ ਖਤਮ ਨਹੀਂ ਹੋਣ ਦੇਣਾ ਚਾਹੀਦਾ ਜੀ। ਖਾਸ ਕਰਕੇ ਜਿਹੜੇ ਇਸ ਵਿਸ਼ੇ ਦੇ ਮਾਹਰ ਨੇ ਉਹਨਾਂ ਦੀ ਕਮੇਟੀ ਬਣਨੀ ਚਾਹੀਦੀ, ਨਾ ਕਿ ਨਲਾਇਕ ਜੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਤੇ ਨਲਾਇਕ ਜੇ ਪ੍ਰਧਾਨਾਂ ਦੀ ਤੇ ਨਲਾਇਕ ਜੇ ਗ੍ਰੰਥੀਆਂ ਦੀ। ਪਰ ਸਿੰਘ ਸਾਹਿਬ ਜੀ, ਇਹਦੇ ਵਿੱਚ ਜਿਹੜੀ ਚੀਜ਼ ਵੇਖਣ ਵਿੱਚ ਆਈ ਹੈ, ਇਹਨਾਂ ਨੇ ਇੱਕ ਲਫ਼ਜ਼ ਬਾਰ-ਬਾਰ ਵਰਤਿਆ ਹੈ, ਉਹ ਹੈ ਕਿ ਕਾਮਨ ਈਰਾ ਜਿਹੜਾ ਉਹ ਕ੍ਰਿਸਚੀਅਨ ਕੈਲੰਡਰ ਹੈ ਜਿਹੜਾ ਪੋਪ ਨੇ ਜਾਰੀ ਕੀਤਾ ਸੀ, ਤੇ ਉਹਦੇ ਮੁਤਾਬਕ ਇਹਨਾਂ ਨੇ ਤਰੀਕਾਂ ਫਿਕਸ ਕਰ ਦਿੱਤੀਆਂ, ਯਾਨੀ ਕਿ ਵਿਕਰਮਾਦਿੱਤਿਆ ਜਿਹੜਾ ਹਿੰਦੂ ਰਾਜਾ ਸੀ, ਨਾ ਕਿ ਹਿੰਦੂ ਕੈਲੰਡਰ ਸੀ, ਉਹਦੀ ਬਜਾਏ ਕ੍ਰਿਸਚੀਅਨ ਕੈਲੰਡਰ ਨੂੰ ਅਡਾਪਟ ਕਰਕੇ ਉਹਦੇ ਮੁਤਾਬਕ ਤਰੀਕਾਂ ਫਿਕਸ ਕਰ ਦੇਣੀਆਂ ਕਿ ਅਸੀਂ ਹੁਣ ਬ੍ਰਾਹਮਣਵਾਦ ਚੋਂ ਨਿਕਲ ਗਏ ਹਾਂ, ਫਿਰ ਤਾਂ ਸੰਗੀਤ ਵੀ ਬ੍ਰਾਹਮਣ ਦਾ ਹੈ ਤੇ ਹੋਰ ਸਾਰਾ ਕੁਝ ਜਿਹੜੇ ਛੰਦ ਹੈ ਉਹ ਵੀ ਬ੍ਰਾਹਮਣ ਦੇ ਹੈ, ਇਸ਼ਨਾਨ ਵੀ ਬ੍ਰਾਹਮਣ ਦਾ ਹੈ। ਇਹ ਕੀ ਬ੍ਰਾਹਮਣਵਾਦ ਦਾ ਹਊਆ ਖੜਾ ਕਰਕੇ ਸਾਨੂੰ ਕਿਧਰੇ ਬਹੁਤ ਕਿਸੇ ਹੋਰ ਵੱਡੀ ਉਲਝਣ 'ਚ ਨਹੀਂ ਪਾਇਆ ਜਾ ਰਿਹਾ? ਜੇ ਇੱਕ ਚੀਜ਼ ਨੂੰ ਖਤਮ ਕਰ ਰਹੇ ਆ ਤੇ ਅੱਗੇ ਸਾਨੂੰ ਪਲੇਟਫਾਰਮ ਵੀ ਤਾਂ ਕੋਈ ਦੇਣ, ਉਹ ਤੇ ਦਿੰਦੇ ਹੀ ਨਹੀਂ ਪਏ। ਜੇ ਸਾਨੂੰ ਬ੍ਰਾਹਮਣਵਾਦ ਚੋਂ ਕੱਢ ਕੇ ਇੱਕ ਸਨੈਲਟੀ ਕ੍ਰਿਸਚੀਅਨ ਸੱਭਿਆਚਾਰ ਦੇ ਵਿੱਚ ਲੈ ਜਾਂਦੇ ਨੇ, ਤੇ ਇਹਨਾਂ ਦੀ ਪ੍ਰਾਪਤੀ ਕੀ ਆ? ਜੀ 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 ਸਾਡੇ ਬਾਹਰ ਦੇ ਸਿੱਖ ਤੇ ਪਹਿਲੇ ਹੀ ਫਸੇ ਹੋਏ ਨੇ ਜੀ ਜੀ ਜੀ। ਇਹ ਜਿਹੜਾ ਇਹਨਾਂ ਦੇ ਕੋਲ ਆਪਣੀ ਕੋਈ ਆਪਣੀ ਹਸਤੀ ਨਹੀਂ, ਆਪਣਾ ਕੋਈ ਪ੍ਰੋਗਰਾਮ ਨਹੀਂ, ਆਪਣੀ ਕੋਈ ਦਲੀਲ ਨਹੀਂ, ਆਪਣੀ ਅਪੀਲ ਨਹੀਂ, ਇਹ ਸਿਰਫ ਇਹਨਾਂ ਨੂੰ ਰੱਦ ਕਰਨ ਲਈ ਉਹਨਾਂ ਨੂੰ ਜਾ ਕੇ ਫੜ ਲਓ, ਇਹ ਕੋਈ ਪ੍ਰਾਪਤੀ ਨਹੀਂ ਹੁੰਦੀ। ਤੇ ਇਸ ਤਰ੍ਹਾਂ ਸਿੱਖ ਸਮਾਜ ਦੇ ਵਿੱਚ ਨਹੀਂ ਹੋਣਾ ਚਾਹੀਦਾ। ਸਾਨੂੰ ਗੁਰੂ ਸਾਹਿਬ ਨੇ 250 ਸਾਲ ਜਿਹੜੇ ਉਹਨਾਂ ਨੇ ਜਦੋਜਹਿਦ ਕੀਤੀ, ਉਹਦੇ ਚ ਸਾਰਾ ਕੁਝ ਦਿੱਤਾ ਤੇ ਕੋਈ ਭੁਲੇਖਾ ਨਹੀਂ ਰਿਹਾ। ਅੱਜ ਅਸੀਂ ਨਹੀਂ ਇਹ ਕਹਿ ਸਕਦੇ ਕਿ ਗੁਰੂ ਸਾਹਿਬ ਨੂੰ ਇਸ ਗੱਲ ਦੀ ਯਾਦ ਨਹੀਂ ਆਈ ਹੋਊਗੀ ਜਾਂ ਇਸ ਗੱਲ ਦਾ ਭੁਲੇਖਾ ਰਿਹਾ ਹੋਊਗਾ, ਕਿ ਅਸੀਂ ਆਪ ਭੁਲੇਖੇ ਚ ਹੋ ਸਕਦੇ ਕਿਉਂਕਿ ਅਸੀਂ ਅਧੂਰੇ ਹਾਂ ਜੀ, ਅਸੀਂ ਗੁਰੂ ਵਾਲੇ ਕਦੀ ਬਣੇ ਹੀ ਨਹੀਂ ਜੀ। ਕਦੀ ਭਾਈ ਜੋਗਾ ਸਿੰਘ ਨੂੰ ਪੁੱਛਿਆ ਗੁਰੂ ਸਾਹਿਬ ਨੇ, ਭਾਈ ਤੇਰਾ ਨਾਂ ਕਿਉਂ? ਕਹਿੰਦਾ ਜੀ ਮੇਰਾ ਨਾਂ ਗੁਰੂ ਜੋਗਾ, ਤੇ ਗੁਰੂ ਸਾਹਿਬ ਨੇ ਉਸੇ ਟਾਈਮ ਤੇ ਕਿਹਾ ਗੁਰੂ ਤੇਰੇ ਜੋਗਾ ਜੀ। ਅੱਜ ਸਾਨੂੰ ਗੁਰੂ ਸਾਹਿਬ ਕਿਉਂ ਨਹੀਂ ਕਹਿੰਦੇ ਜੀ? ਕਿਉਂਕਿ ਅੱਜ ਅਸੀਂ ਗੁਰੂ ਸਾਹਿਬ ਤੋਂ ਸਿਆਣੇ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ, ਤੇ ਅਸੀਂ ਸਮਝ ਰਹੇ ਹਾਂ ਕਿ ਇਹ ਸਾਰਾ ਕੁਝ ਸਾਡੇ ਹੱਥ 'ਚ ਆ ਗਿਆ, ਅਸੀਂ ਮਾਲਕ ਬਣ ਗਏ, ਅਸੀਂ ਜੋ ਚਾਹੀਏ ਕਰ ਦਈਏ। ਅੱਜ ਸਾਨੂੰ ਇੱਕ ਗਰੁੱਪ ਤੇ ਹੈਗਾ ਉਹ ਬ੍ਰਾਹਮਣਵਾਦ 'ਚ ਫਸਾ ਰਿਹਾ, ਤੇ ਉਹ ਇੰਨੀਆਂ ਜੜ੍ਹਾਂ ਡੂੰਘੀਆਂ 'ਚ ਸਾਨੂੰ ਲੈ ਗਿਆ ਕਿ ਸਾਨੂੰ ਲੱਗਦਾ ਨਿਕਲਣਾ ਮੁਸ਼ਕਲ ਹੋ ਜੂ। ਅੱਜ RSS ਦਾ ਇੱਕ ਸਿਰ ਫਿਰਿਆ ਜਿਹੜਾ ਗੁਰੂ ਰਾਮਦਾਸ ਦੇ ਪੀੜੇ ਤੇ ਬਹਿ ਰਿਹਾ, ਤੇ ਸਿੱਖਾਂ ਦੀ ਇੰਨੀ ਹਿੰਮਤ ਨਹੀਂ ਕਿ ਉਹਨੂੰ ਫੜ ਕੇ ਤੇ ਉੱਥੋਂ ਚੁੱਕ ਕੇ ਪਾਸੇ ਕਰ ਲੈਣ ਤੇ ਉੱਤੇ ਕੋਈ ਕੇਸ ਬਣਾ ਦੇਣ ਜਾਂ ਉਹਨੂੰ ਆਪ ਤਸੱਲੀ ਨਾਲ ਛਿੱਤਰ ਫੇਰ ਲੈਣ ਜੀ। ਤੇ ਇੱਕ ਪਾਸੇ ਇਹ ਸਾਨੂੰ ਇਹ ਪ੍ਰਭਾਵ ਦੇ ਰਹੇ ਨੇ ਕਿ ਅਸੀਂ ਇਸ ਬ੍ਰਾਹਮਣਵਾਦ ਤੋਂ ਨਿਕਲ ਦੀ ਕੈਲੰਡਰ। ਸਿੰਘ ਸਾਹਿਬ ਜੀ, ਇੱਕ ਹੋਰ ਚੀਜ਼ ਬੜੀ ਅਹਿਮ ਹੈ ਕਿ ਆਮ ਤੌਰ ਦੇ ਉੱਤੇ ਜਿਹੜਾ ਕੋਈ ਜਿਹਨੂੰ ਸਾਇੰਟੀਫਿਕ ਕੈਲੰਡਰ ਕਿਹਾ ਜਾ ਰਿਹਾ ਹੈ, ਸੋ ਜਾਂ ਸੱਚ ਹੈ ਜਾਂ ਝੂਠ ਹੈ, ਜਾਂ ਨਹੀਂ ਹੈ, ਪਰ ਇਸ ਦੇ ਵਿੱਚ ਇੱਕ ਬੜੀ ਹੀ ਹਾਸੋਹੀਣੀ ਜੀ ਗੱਲ ਹੈ ਕਿ ਇਹ ਹੁਣ ਚੂੰਕਿ ਆਮ ਲੋਕਾਂ ਦੀ ਰਾਏ ਹੈ, ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ, ਹੋਲਾ ਮਹੱਲਾ, ਦੀਵਾਲੀ ਔਰ ਫਲਾਣਾ ਦਿਨ, ਇਹ ਅਸੀਂ ਉਹੀ ਪੁਰਾਤਨ ਪਰੰਪਰਾ ਅਨੁਸਾਰ ਰੱਖਾਂਗੇ
ਔਰ ਉਸ ਦੇ ਬਾਅਦ 2020 ਤੋਂ ਬਾਅਦ ਫਿਰ ਵਿਚਾਰ ਕਰਾਂਗੇ। ਸੋ ਇਹਦਾ ਮਤਲਬ ਇਹ ਤਾਂ ਇੱਕ ਸਮਝੌਤਾਵਾਦੀ ਹੋ ਗਿਆ, ਕੁਝ ਕਿਧਰੋਂ ਲੈ ਲਿਆ, ਕੁਝ ਕਿਧਰੋਂ ਲੈ ਲੇਗਾ, ਕਿਸੇ ਨੇ ਕੁਝ ਕਹਿ ਦਿੱਤਾ, ਉਹ ਸਾਰੀਆਂ ਚੀਜ਼ਾਂ ਦੀ ਲੈ ਕੇ ਤੇ ਇੱਕ ਹਾਂਡੀ ਜੀ ਖਿਚੜੀ ਜੀ ਪਕਾ ਕੇ ਦੇ ਦਿੱਤੀ। ਸੋ ਜਾਂ ਤਾਂ ਉਹ ਤਰੀਕ ਹੈ ਜਾਂ ਨਹੀਂ ਹੈ, ਇਹ ਸਮਝੌਤਾਵਾਦੀ ਜਿਹੜਾ ਇਹ ਕਿੱਥੇ ਤੱਕ ਸਹੀ ਹੈ? ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਜੀ ਕਿ ਇਹ ਜਿਹੜੇ ਸਿਸਟਮ ਦੇ ਵਿੱਚ ਸਾਨੂੰ ਫਸਾਇਆ ਸਾਡੀ ਲੀਡਰਸ਼ਿਪ ਨੇ, ਉਹਦਾ ਸਮਝੌਤਾ ਬ੍ਰਾਹਮਣਾਂ ਨਾਲ, ਜਿਹਦੀ ਵਜ੍ਹਾ ਨਾਲ ਉਹ ਰਾਜ ਕਰ ਰਿਹਾ ਪਰਿਵਾਰ ਜੀ ਜੀ, ਉਹਨਾਂ ਨੂੰ ਕਿਵੇਂ ਰੱਦ ਕਰ ਸਕਦੇ ਨੇ? ਉਹਨਾਂ ਦੀ ਕਿਵੇਂ ਗੱਲ ਨਹੀਂ ਮੰਨਣਗੇ ਜੀ? ਪਰ ਇਸ ਦਾ ਇਹ ਜਿਹੜਾ ਕੈਲੰਡਰ ਸੋ ਕਾਲਡ ਨਾਨਕਸ਼ਾਹੀ, ਕਿਉਂਕਿ ਜੇ ਸੰਗਰਾਂਦ ਹੈ ਤਾਂ ਸੰਗਰਾਂਦ ਹੋਏਗੀ, ਉਹ ਨਾਨਕਸ਼ਾਹੀ ਸੰਗਰਾਂਦ ਨਹੀਂ ਹੋ ਸਕਦੀ, ਮੱਸਿਆ ਨਾਨਕਸ਼ਾਹੀ ਮੱਸਿਆ ਨਹੀਂ ਹੋ ਸਕਦੀ। ਨਾਨਕਸ਼ਾਹੀ ਨਾਂ ਤੇ ਵੀ ਤੁਹਾਡੇ ਨਾਲ ਸਹਿਮਤ ਨਹੀਂ ਹੋਊਗਾ, ਕਿਉਂਕਿ ਨਾਂ ਤੇ ਪਤਾ ਲੱਗਦਾ ਹੈ ਸੂਫੀ ਮਤ ਵਾਲਿਆਂ ਦਾ ਕੈਲੰਡਰ, ਨਾ ਪਤਾ ਲੱਗਦਾ ਹੈ ਖਾਲਸਾਈ ਮਤ ਵਾਲਿਆਂ ਦਾ ਕੈਲੰਡਰ। ਜੀ ਜੀ ਜੀ, ਤੇ ਉਹ ਨਾਮ ਹੀ ਆਪਣੇ ਆਪ ਦੇ ਵਿੱਚ ਭੁਲੇਖਾ ਪਾਉਂਦਾ ਹੈ ਕਿ ਤੁਹਾਨੂੰ ਵਰਲਡ 'ਚ ਬੈਠੇ ਕਿਸੇ ਵਿਅਕਤੀ ਨੂੰ ਪਤਾ ਹੀ ਲੱਗਦਾ ਵੀ ਇਹ ਕਿਹੜੀ ਕੌਮ ਦਾ ਕੈਲੰਡਰ। ਪਰ ਇਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਦਾ ਇਸ਼ਾਰਾ ਕੀ, ਬਲਕਿ ਨਾਮ ਹੀ ਲਿਖ ਦਿੱਤੇ ਹੈ। ਇਹ ਸਾਰੀ ਚੀਜ਼ ਦੀ ਆਰੰਭਤਾ, ਸ਼ੁਰੂਆਤ, ਪ੍ਰੇਰਨਾ ਸਰੋਤ ਜਿਹੜਾ ਹੈ ਉਹ ਕੈਲੀਫੋਰਨੀਆ 'ਚ ਬੈਠਾ ਹੋਇਆ ਹੱਡੀਆਂ ਦੇ ਕਿਸੇ ਡਾਕਟਰ ਨੇ ਕੀਤੀ। ਇਹ ਉਹਦੀ ਸੋਚ ਸੀ ਜਿਹੜੀ ਕਿ ਬਾਅਦ ਵਿੱਚ ਪ੍ਰਚਲਿਤ ਕਰਕੇ ਔਰ ਉਹਨੇ ਆਪਣਾ ਪ੍ਰੈਸ਼ਰ ਕਰਕੇ ਜਾਂ ਪ੍ਰਭਾਵ ਪਾ ਕੇ ਇਹ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ। ਕੋਈ ਵੀ ਵਿਅਕਤੀ ਇਹ ਚਾਹੂਗਾ ਕਿ ਮੇਰਾ ਹੀ ਬੋਲਬਾਲਾ ਹੋਵੇ, ਪਰ ਪ੍ਰਬੰਧਕ ਕਮੇਟੀ ਕੀ ਚੀਜ਼ ਆ, ਅਕਾਲ ਤਖਤ ਕਿੱਥੇ ਖੜਾ ਹੈ, ਅਕਾਲ ਤਖਤ ਦਾ ਸਿਧਾਂਤ ਕਿੱਥੇ ਖੜਾ ਹੈ, ਤੇ ਸਾਡੀ ਕੌਮ ਇੱਕ ਵਿਅਕਤੀ ਦੀ ਸੋਚ ਪਿੱਛੇ ਲੱਗ ਜਾਵੇ ਕਿ ਇਹਦੇ ਲਈ ਗੁਨਾਹਗਾਰ ਜਿਹੜੇ ਲੀਡਰ ਲੋਕ ਨੇ, ਜਿਹੜੇ ਕਦੀ ਤੇ ਉਹਨੂੰ ਸਵਾਰਥ ਨਹੀਂ ਲਾਗੂ ਕਰ ਦਿੰਦੇ ਆ, ਕੁਝ ਲੋਕਾਂ ਨੂੰ ਖੁਸ਼ ਕਰਨ ਲਈ, ਕਦੀ ਜਦੋਂ ਉੱਤੋਂ ਚਪੇੜ ਪੈਂਦੀ RSS ਦੀ, ਉਦੋਂ ਉਹ ਸਮਝੌਤਾਵਾਦੀ ਨੀਤੀ ਤੇ ਆ ਕੇ ਖੜ ਜਾਂਦੇ ਨੇ। ਉਹ ਅਸਲ 'ਚ ਮੈਂ ਤੁਹਾਨੂੰ ਮੁੱਖ ਦੀ ਗੱਲ ਪਹਿਲਾਂ ਕੀਤੀ ਕਿ ਇਹਨਾਂ ਨੇ ਅਕਾਲ ਤਖਤ ਨੂੰ ਇਹਦੇ ਵਿੱਚ ਰੋਲ ਕੇ ਰੱਖ ਦਿੱਤਾ ਇਸ ਕੈਲੰਡਰ 'ਚ, ਕੈਲੰਡਰ ਫਿਰ ਨਹੀਂ ਬਣਿਆ। ਜੀ, ਮੈਂ ਅਖੀਰਲੇ ਸਵਾਲ ਤੋਂ ਪਹਿਲੇ ਇੱਕ ਜ਼ਰੂਰ ਗੱਲ ਕਰਨੀ ਚਾਹਾਂਗਾ ਕਿ ਇਸ ਦੇ ਵਿੱਚ ਇਹ ਜਿਹੜੀ ਜੰਤਰੀ ਹੈ ਜਾਂ ਕੈਲੰਡਰ ਹੈ, ਉਹਦੇ 'ਚ ਲਿਖਿਆ ਵੀ ਹੈ ਕਿ ਸੰਵਤ ਸ਼ੁਰੂ ਤੋਂ ਸੀ। ਜੇ 200 ਸਾਲ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਸਤਕਾਂ ਦੇਖਿਆ ਜਾਏ, ਉਹਦੇ 'ਚ ਨਾਨਕਸ਼ਾਹੀ ਸੰਵਤ ਵਰਤਿਆ ਜਾਂਦਾ ਸੀ। ਸੰਵਤ ਤਾਂ ਹੋ ਸਕਦਾ ਹੈ, ਪਰ ਉਹ ਕੈਲੰਡਰ ਨਹੀਂ ਸੀ, ਕਿਉਂਕਿ ਕੈਲੰਡਰ ਗੁਰੂ ਸਾਹਿਬ ਨੇ ਖੁਦ ਬਣਾ ਦਿੱਤਾ। ਜਿਵੇਂ ਦਸਮ ਪਾਤਸ਼ਾਹ ਨੇ ਵੀ ਲਿਖ ਦਿੱਤਾ, ਸੰਮਤ 17 ਸਹਿਸ ਬਣੇਜੇ ਅਰ ਸਹਿਸ 29 ਕਹੇਜੇ, ਪਰ ਉਹ ਇਹ ਸੰਵਤ ਤਾਂ ਸੀਗਾ ਨਾਨਕਸ਼ਾਹੀ, ਪਰ ਕੈਲੰਡਰ ਨਹੀਂ ਸੀ ਬਣਦਾ। ਖਾਲਸਾ ਸੰਵਤ ਵੀ ਬਣਦਾ ਸੀ। ਤੇ ਇਹ ਜਿਹੜੀ ਚੀਜ਼ ਇਸ ਤਰੀਕੇ ਨਾਲ ਇੱਕ ਸਮਝੌਤਾਵਾਦੀ ਕਰਕੇ ਔਰ ਇਹਨੂੰ ਕਰ ਦੇਣਾ, ਔਰ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਇੱਕ ਐਸੀ ਉਲਝਣ ਪੈ ਗਈ ਜਿਹਦੇ ਨਾਲ ਸਾਰੇ ਇਤਿਹਾਸਕਾਰ ਜਿਹੜੇ ਪੁਰਾਤਨ ਸਨ, ਭਾਵੇਂ ਉਹ ਪੰਥ ਪ੍ਰਕਾਸ਼ ਦੇ ਵਿੱਚ ਅੰਕਿਤ ਹਨ, ਸੂਰਜ ਪ੍ਰਕਾਸ਼ ਵਿੱਚ ਹੈ, ਜਾਂ ਉਹਦੇ ਬਾਅਦ ਹੁਣ ਵੀ ਡਾਕਟਰ ਗੰਡਾ ਸਿੰਘ ਵਰਗੇ ਕਰਮ ਸਿੰਘ ਹਿਸਟੋਰੀਅਨ, ਉਹ ਸਾਰੀਆਂ ਤਰੀਕਾਂ ਇਤਨੀਆਂ ਉਥਲ ਪੁਥਲ ਹੋ ਗਈਆਂ। ਅੱਜ ਕੋਈ ਸਿੱਖ ਇਹ ਨਹੀਂ ਦੱਸ ਸਕਦਾ ਕਿ ਸਾਡੀ ਜਿਹੜੀ ਹੈ ਉਹ ਸਹੀ ਤਾਰੀਖ ਕਿਹੜੀ ਹੈ। ਹੁਣ ਜਿਹੜੀ ਕੋਈ ਤਾਰੀਖ ਕਵੇ ਉਸ ਤਾਰੀਖ ਨੂੰ ਸਾਨੂੰ ਮੰਨਣਾ ਪੈ ਜਾਏਗਾ। ਇਹ ਕਿਤਨਾ ਵੱਡਾ ਇੱਕ ਕੌਮੀ ਤੌਰ ਦੇ ਉੱਤੇ ਇੱਕ ਨੁਕਸਾਨ ਹੋਏਗਾ, ਅਸੀਂ ਕੋਈ ਤਰੀਕ ਵੀ ਨਹੀਂ ਦੱਸ ਸਕਦੇ। ਦਿੱਲੀ ਦੇ ਵਿੱਚ ਇੱਕ ਗੁਰਪੁਰਬ ਮਨਾਇਆ ਜਾਂਦਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜੀ। ਇੱਕ ਗੁਰਪੁਰਬ ਮਨਾਇਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ, ਇੱਕ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ। ਇਹ ਤਿੰਨ ਗੁਰਪੁਰਬ ਸਾਰੀ ਦਿੱਲੀ ਕੌਮੀ ਪੱਧਰ ਤੇ ਮਨਾਉਂਦੀ ਹੈ ਜੀ, ਇੱਕ ਥਾਂ ਤੇ ਜੀ। ਉੱਥੇ ਰਵਾਇਤ ਇਹ ਆ ਕਿ ਅੱਜ ਨਗਰ ਕੀਰਤਨ ਹੋਊਗਾ, ਅਗਲੇ ਦਿਨ ਗੁਰਪੁਰਬ ਹੋਊਗਾ ਜੀ। ਤੇ ਉੱਥੇ ਸ਼ੁਰੂ ਤੋਂ ਦੇਖਦੇ ਆ ਰਹੇ ਸੀ ਕਿ 15 ਦਿਨ ਦਾ ਵਿੱਚ ਅੰਤਰ ਹੁੰਦਾ ਸੀਗਾ ਸ਼ਹਾਦਤ ਦਾ। ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਤੋਂ 15 ਦਿਨ ਦੇ ਅੰਤਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦਿਨ ਮਨਾਇਆ ਜਾਂਦਾ ਜੀ। ਤੇ ਅੱਜ ਇਸ ਕੈਲੰਡਰ ਦੇ ਮੁਤਾਬਕ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਆ ਗਿਆ ਤੇ ਅਗਲੇ ਦਿਨ ਸ਼ਹਾਦਤ ਦਿਨ ਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਜੀ 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 ਜੀ। ਇੱਥੇ ਹੁਣ ਜਿਹੜੀ ਸੰਗਤ ਆ ਉਹ ਪੁੱਛਦੀ ਆ ਇਹਨਾਂ ਗ੍ਰੰਥੀਆਂ ਨੂੰ ਕਿ ਅਸੀਂ ਅੱਜ ਨਗਰ ਕੀਰਤਨ ਕੱਢੀਏ ਕਿ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾਈਏ ਜੀ ਜੀ ਜੀ। ਕਿਉਂਕਿ ਇੱਕ ਅਵਤਾਰ ਪੁਰਬ ਮਨਾਉਣਾ, ਉਹਦੇ ਨਾਲ ਪਹਿਲਾਂ ਇੱਕ ਦਿਨ ਨਗਰ ਕੀਰਤਨ ਕਰਨਾ ਸਾਰੀ ਦਿੱਲੀ ਦੇ ਸਿੱਖਾਂ ਨੇ, ਤੇ ਉਸ ਤੋਂ ਜੇ ਲਗਾਤਾਰ ਇਹ 2 ਦਿਨ ਇੱਕ ਗੁਰਪੁਰਬ ਨੂੰ ਲੱਗਦੇ ਨੇ ਤੇ ਉਸੇ ਦਿਨ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਆ ਜੀ। ਤੇ ਉਹ ਕਿਵੇਂ ਅਟੈਂਡ ਕਰਾਂਗੇ ਅਸੀਂ? ਇਹਨਾਂ ਨੇ ਕਹਿਣਾ ਹਰਕ ਸੋਗ ਜਾ ਕੇ ਨਹੀਂ, ਇਹ ਪੜ੍ਹ ਲਿਆ ਕਰੋ ਨਾ। ਸ਼ੁਰੂ ਤੋਂ ਚੱਲਿਆ ਆ ਰਿਹਾ ਸੀ ਜਿਹੜੀਆਂ ਤਰੀਕਾਂ ਮੁਤਾਬਕ, ਉਹ ਇਹਨਾਂ ਦੇ ਕੈਲੰਡਰ ਨੇ ਹਨੇਰੇ 'ਚ ਰੱਖ ਕੇ। ਹੁਣ ਦੇਖੋ, ਜੇ ਅਸੀਂ
ਸਿੱਖ ਹੋ ਕੇ ਤੇ ਉਸ ਗੱਲ ਤੇ ਪਹਿਰਾ ਨਾ ਦੇਵੇ ਤੇ ਫਿਰ ਗੱਲ ਨਹੀਂ ਰਹਿੰਦੀ, ਤੇ ਜੇ ਪਹਿਰਾ ਦੇਵੇ ਤੇ ਗੁਰਪੁਰਬ ਨਹੀਂ ਰਹਿੰਦਾ। ਜੀ ਅੱਛਾ ਸਿੰਘ ਸਾਹਿਬ ਜੀ, ਇੱਕ ਬੜਾ ਛੋਟਾ ਜਿਹਾ ਨੁਕਤਾ ਹੈ ਜਾਂ ਸ਼ੰਕਾ ਹੈ ਕਿ ਦੁਨੀਆ ਦੇ ਜਿਤਨੇ ਕੈਲੰਡਰ ਹੈ ਉਹਦੀ ਕੋਈ ਨਾ ਕੋਈ ਤਾਰੀਖ ਹੁੰਦੀ ਹੈ ਜਿੱਥੋਂ ਸ਼ੁਰੂ ਹੁੰਦਾ ਹੈ। ਜੇਕਰ ਹਿਜਰੀ ਸੰਵਤ ਹੈ ਇਸਲਾਮ ਦਾ, ਤੇ ਜਦੋਂ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਸੀ ਮੱਕੇ ਤੋਂ ਮਦੀਨੇ, ਉਸ ਦਿਨ ਤੋਂ ਹੋਇਆ। ਇਸੇ ਤਰੀਕੇ ਨਾਲ ਕੋਈ ਨਾ ਕੋਈ ਉਹਦੀ ਤਾਰੀਖ ਹੁੰਦੀ ਹੈ। ਤੇ ਇੱਕ ਸਿੱਖਾਂ ਨੇ ਜੀ ਜੀ ਉਸ ਤੋਂ ਹੋ ਗਈ। ਹੁਣ ਇਹਦੇ ਵਿੱਚ ਇੱਕ ਨੇ ਲਿਖਿਆ ਸੀ ਕਿ ਸਿੱਖਾਂ ਨੂੰ ਵੀ ਮੁਗਲਾਂ ਨੂੰ ਇੱਕ ਨਵਾਂ ਕੈਲੰਡਰ ਸ਼ੁਰੂ ਕਰਨਾ ਚਾਹੀਦਾ, ਉਹਦਾ ਨਾਂ ਰੱਖਣਾ ਚਾਹੀਦਾ ਜਹਾਨੇ ਖਰਾਬ ਸ਼ੁੱਧ, ਕਿ ਸਿੱਖਾਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਕਿਉਂਕਿ ਇਹਨਾਂ ਨੇ ਮੁਗਲ ਰਾਜ ਦੀ ਜਿਹੜੀ ਬਰਬਾਦੀ ਕੀਤੀ ਸੀ। ਪਰ ਇਹ ਜਿਹੜਾ ਕੈਲੰਡਰ ਹੈ ਅਖੌਤੀ ਨਾਨਕਸ਼ਾਹੀ, ਨਾ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਤੋਂ ਆਰੰਭ ਹੁੰਦਾ ਹੈ, ਨਾ ਖਾਲਸੇ ਦੇ ਉਤੋਂ ਹੁੰਦਾ, ਨਾ ਹੀ ਇਸ ਦੀ ਕੋਈ ਆਰੰਭਤਾ ਦੀ ਕਿਸੇ ਵੀ ਤਾਰੀਖ ਤੋਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਇਹਦੀ ਆਰੰਭਤਾ ਆਪਣੇ ਆਪ ਹੀ ਬੈਠੇ ਜਿਨ੍ਹਾਂ ਬੰਦਿਆਂ ਨੇ ਕੀਤੀ, ਉਹਦਾ ਨਾ ਤਾਂ ਆਧਾਰ ਦਿੱਤਾ ਤੇ ਨਾ ਹੀ ਉਹਦਾ ਦੀ ਅਥਾਰਟੀ ਕਿਸ ਨੇ ਉਹਨਾਂ ਨੂੰ ਦੇ ਦਿੱਤੀ ਕਿ ਚਲੋ ਅੱਜ ਅਸੀਂ ਫਿਕਸ ਕਰਤਾ ਜੀ 15 ਫਰਵਰੀ ਤੋਂ ਫਿਕਸ ਕਰ ਦੋ। ਇਹ ਗੱਲ ਕਹੂੰਗਾ ਕਿ ਇਹਨਾਂ ਨੇ ਸਪੇਅਰ ਪਾਰਟ ਲੈ ਕੇ ਇੱਕ ਚੀਜ਼ ਨੂੰ ਮੁਕੰਮਲ ਕੀਤਾ। ਸਪੇਅਰ ਪਾਰਟ ਕੋਈ ਕਿਸੇ ਚੀਜ਼ ਦਾ, ਕੋਈ ਕਿਸੇ ਮਸ਼ੀਨਰੀ ਦਾ, ਕੋਈ ਕਿਸੇ ਚੀਜ਼ ਦਾ। ਜੀ ਜੀ ਇਹਨਾਂ ਦਾ ਮੁਕੰਮਲ ਤੌਰ ਤੇ ਆਪਣਾ ਇਹਦੇ ਵਿੱਚ ਕੁਛ ਨਹੀਂ, ਕਦੀ ਸੰਮਤ ਨੂੰ ਵੀ ਮੰਨਦੇ ਆ, ਕਦੀ ਸੰਨ ਨੂੰ ਵੀ ਮੰਨਦੇ ਆ। ਨਾ ਸੰਮਤ ਸਾਡਾ, ਨਾ ਜੇ ਤੁਸੀਂ ਸੰਮਤ ਨਹੀਂ ਆਪਣਾ ਮੰਨਦੇ ਤੇ ਸੰਨ ਤੁਹਾਡਾ। ਜੀ ਸੋ ਇਹਦਾ ਮਤਲਬ ਹੈ ਜਦੋਂ ਤੋਂ ਇਹ ਸ਼ੁਰੂ ਹੋਇਆ ਜੀ ਭਾਵਨਾ ਵਾਲੀ ਗੱਲ ਇਹਦੇ ਵਿੱਚ ਸਾਨੂੰ ਨਹੀਂ ਲੱਭਦੀ। ਤੇ ਮੈਂ ਇਹੀ ਚਾਹੁੰਦਾ ਹਾਂ ਕਿ ਸਾਨੂੰ ਕੈਲੰਡਰ ਤੇ ਜ਼ਰੂਰ ਚਾਹੀਦਾ, ਕੈਲੰਡਰ ਸਾਡਾ ਹੋਣਾ ਚਾਹੀਦਾ, ਪਰ ਉਹਦੇ ਲਈ ਸਿੱਖਾਂ ਦੇ ਵਿੱਚ ਬੜੇ ਬੜੇ ਵਿਦਵਾਨ ਬੈਠੇ ਨੇ ਜਿਹੜੇ ਤਾਰਕਾ ਮੰਡਲ ਬਾਰੇ, ਗ੍ਰਹਿਾਂ ਬਾਰੇ ਬਹੁਤ ਕੁਝ ਜਾਣਦੇ ਨੇ। ਟੀਮ ਉਹਨਾਂ ਦੀ ਬਣਨੀ ਚਾਹੀਦੀ, ਨਾ ਕਿ ਗ੍ਰੰਥੀਆਂ ਦੀ ਤੇ ਜਾਂ ਪ੍ਰਬੰਧਕ ਕਮੇਟੀ ਦੇ ਨਲਾਇਕ ਜੇ। ਪਰ ਸਿੰਘ ਸਾਹਿਬ, ਗੁਰੂ ਸਾਹਿਬ ਤੋਂ ਵੱਡੇ ਕਿਹੜੇ ਹੋਰ ਵਿਦਵਾਨ ਹੋ ਸਕਦੇ ਜਦੋਂ ਗੁਰੂ ਸਾਹਿਬ ਨੇ ਉਹ ਤਾਰੀਖਾਂ ਜਿਹੜੀ ਬਾਣੀ ਦੇ ਵਿੱਚ ਦਰਜ ਕਰ ਦਿੱਤੀਆਂ? ਸਾਨੂੰ ਕੀ ਹੱਕ ਹੈ ਕਿ ਉਹਨੂੰ ਚੇਂਜ ਕਰੀਏ? ਗਲਤ ਕਰ ਦੇਣ ਜਾਂ ਉਹਨਾਂ ਨੂੰ ਹਟਾ ਦੇਣ, ਪਰ ਕੋਈ ਕੈਲੰਡਰ ਬਣਾਉਣਾ ਹੈ ਤੇ ਗੁਰੂ ਸਾਹਿਬ ਕੇਸ ਤੇ ਗੁਰੂ ਸਾਹਿਬ ਦੀ ਗੁਰਮਤਿ ਹੋਣਾ ਚਾਹੀਦਾ। ਪਰ ਇਹ ਅਸੀਂ ਕਹਿ ਕੇ ਫਿਰ ਅਥਾਰਟੀ ਦੇ ਦਿੰਨੇ ਆ, ਇਹਦਾ ਮਤਲਬ ਫਿਰ ਰਸਤਾ ਗੁਰੂ ਸਾਹਿਬ ਦੀਆਂ ਦਿੱਤੀਆਂ ਤਰੀਕਾਂ ਖਤਮ ਹੋ ਜਾਣ ਜਾਂ ਉਹਨਾਂ ਮਹੀਨਿਆਂ ਦੇ ਨਾਂ ਨਾ ਲੈ ਜਾ ਸਕਣ। ਮੈਂ ਕਹਿੰਦਾ ਕਿ ਜਿਹੜਾ ਵੀ ਕੈਲੰਡਰ ਬਣਾਉਣਾ ਹੈ ਸਾਡਾ, ਉਹਦੇ ਵਿੱਚ ਵਿਦਵਾਨ ਜਿਹੜੇ ਨੇ ਉਹ ਇਕੱਠੇ ਹੋ ਕੇ ਇੱਕ ਤੈਅ ਕਰਨ ਵੀ ਇੱਕ ਗੁਰੂ ਨਾਨਕ ਸਾਹਿਬ ਜੀ ਦਾ, ਜੇ ਤੁਸੀਂ ਸਿੱਖਾਂ ਦਾ ਕੈਲੰਡਰ ਪਾਉਣਾ ਤੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਹੋਂਦ ਖਤਮ ਨਾ ਹੋਵੇ ਜੀ, ਉਹਨੂੰ ਕੋਈ ਚੈਲੰਜ ਨਾ ਹੋਵੇ ਜੀ। ਤੇ ਅਖੀਰ ਦੇ ਵਿੱਚ ਕੀ ਇਸ ਸਾਰੇ ਹਾਲਾਤ ਨੂੰ, ਜਿਸ ਤਰ੍ਹਾਂ ਆਪਨੇ ਵਿਸਥਾਰ ਨਾਲ ਦੇਖਿਆ, ਨਾ ਤਾਂ ਇਸ ਦੇ ਵਿੱਚ ਸਰਬਸੰਮਤੀ ਸੀ, ਕੇਵਲ ਭੰਬਲ ਪੂਸਾ ਸੀ, ਕੇਵਲ ਭੁਲੇਖਾ ਸੀ। ਹਰ ਗੁਰਪੁਰਬ ਦੀ ਤਾਰੀਖ ਦੇ ਉੱਤੇ ਜਿਹੜੀ ਇਹ ਵਾਦ ਵਿਵਾਦ ਔਰ ਜਿਹੜੇ ਝਗੜੇ, ਕਦੀ ਕੋਈ ਕਿਸ ਤਾਰੀਖ ਨੂੰ ਕਰ ਰਿਹਾ, ਕਿਸ ਤਾਰੀਖ ਨੂੰ ਕਰ ਰਿਹਾ, ਇਸ ਦੇ ਬਾਅਦ ਕੀ ਇਹ ਨਹੀਂ ਹੋਣਾ ਚਾਹੀਦਾ ਕਿ ਇਸ ਨੂੰ ਮੁਕੰਮਲ ਤੌਰ ਦੇ ਉੱਤੇ ਰੱਦ ਕਰ ਦੇਣਾ ਚਾਹੀਦਾ ਹੈ ਜਿੰਨੀ ਦੇਰ ਤੱਕ ਅਗਲਾ ਕੋਈ ਸਹੀ ਮੈਨੇ ਗੁਰਮਤ ਦੇ ਅਸੂਲਾਂ ਨਾਲ ਕੋਈ ਫੈਸਲਾ ਨਹੀਂ ਹੋ ਜਾਂਦਾ? ਬਿਲਕੁਲ, ਮੈਂ ਤੇ ਇਹੀ ਚਾਹਾਂਗਾ ਜਿੱਥੋਂ ਤੁਰੇ ਸੀ ਉੱਥੇ ਆ ਕੇ ਖਲੋ ਜਾਣਾ ਚਾਹੀਦਾ ਜਿੰਨੀ ਦੇਰ ਤੱਕ ਕੋਈ ਮੁਕੰਮਲ ਰਾਏ ਨਹੀਂ ਬਣਦੀ, ਇੱਕ ਰਾਏ ਨਹੀਂ ਬਣਦੀ, ਇੱਕ ਸੋਚ ਨਹੀਂ ਬਣਦੀ ਤੇ ਇੱਕ ਫੈਸਲਾ ਨਹੀਂ ਕਰਦਾ। ਜੀ ਹਾਂ, ਜਿਵੇਂ ਆਰਮੀ 'ਚ ਕਹਿੰਦੇ ਹੁੰਦੇ ਆ ਜੈਸੇ ਥੇ, ਜਿੱਥੋਂ ਤੁਰੇ ਸੀ ਉੱਥੇ ਪਹੁੰਚ ਜਾਓ, ਉਹ ਉਸ ਦੇ ਬਾਅਦ ਫਿਰ ਕਰਾਂਗੇ। ਅਸੀਂ ਬੇਨਤੀ ਕਰੀਏ ਸਾਨੂੰ 1947 ਵਾਲੀ ਸਿੱਖੀ ਮੋੜ ਦਿਓ, ਸਾਨੂੰ ਉਹ ਚਾਹੀਦੀ ਹੈ। ਉਸ ਤੋਂ ਬਾਅਦ ਜੋ ਕੁਝ ਅਸੀਂ ਕਰਾਂਗੇ, ਅਸੀਂ ਇੰਨੇ ਸਮਰੱਥ ਹਾਂ, ਅਸੀਂ ਉਸ ਤਾਣੀ ਨੂੰ ਹੋਰ ਉਲਝਾ ਦੇਵਾਂਗੇ, ਹੋਰ ਭੰਬਲ ਪੂਸਾ ਪਾ ਦੇਵਾਂਗੇ। ਇਹ ਸਾਡੇ ਵਿੱਚ ਸਮਰੱਥ ਹੈ। ਸਾਡੀ ਲੀਡਰਸ਼ਿਪ ਹੈ ਨਾ ਜੀ, ਇਹ ਬੜੇ ਜਿਸ ਤਰ੍ਹਾਂ ਦਾ ਮਾਰ ਕੇ, ਜਿਸ ਤਰ੍ਹਾਂ ਬਿੱਲੀ ਸ਼ਿਕਾਰ ਨੂੰ ਖਾਣ ਲਈ ਇੱਕ ਫੇਰ ਲਾ ਕੇ ਬੈਠੀ ਹੁੰਦੀ, ਉਸ ਤਰ੍ਹਾਂ ਬੈਠੇ ਨੇ। ਤੇ ਜੋ ਕੁਝ ਵੀ ਕੌਮ ਦਾ ਬੇੜਾ ਕਰ ਕਰਨਾ ਇਹਨਾਂ ਗ੍ਰੰਥੀਆਂ ਤੋਂ, ਤੇ ਇਹ ਨਾ ਅਹਿਲ ਇਹਨਾਂ ਮੈਂਬਰਾਂ ਦੇ ਕੋਲੋਂ ਕਰਾਉਂਦੇ ਨੇ ਕਿ ਜੋ ਜੁੱਤੀ ਪਵੇ ਤੇ ਇਹਨਾਂ ਨੂੰ ਪਵੇ, ਜੇ ਨਾ ਤਾਂ ਪੈਣ ਤੇ ਇਹਨਾਂ ਨੂੰ ਪੈਣ। ਤੇ ਇਹ ਸੋਚਦੇ ਨੇ ਵੀ ਸਾਡਾ ਜਾਣਾ ਕੀ ਆ, ਤਨਖਾਹ ਮਿਲਦੀ ਪਈ ਆ ਤੇ ਪੈਸੇ ਕਮਾਉਂਦੇ ਪਏ ਆ, ਕਮਿਸ਼ਨਾਂ ਲੈਂਦੇ ਪਏ ਆ। ਪਰ ਜਿਹੜੀ ਲੀਡਰਸ਼ਿਪ ਆ ਉਹ ਆਪਣੇ ਬਚਾਅ ਲਈ ਇਹਨਾਂ ਨੂੰ ਅੱਗੇ ਕਰਕੇ ਸਾਡਾ ਬੇੜਾ ਕਰ ਕਰੇ। ਪਰ ਉਹ ਵੀ ਕੋਈ ਜ਼ਿੰਮੇਵਾਰੀ ਲੈਣ ਵਾਲਾ ਬੰਦਾ ਦਿਸਦਾ ਨਹੀਂ। ਤੁਸੀਂ ਦੱਸੋ ਮੱਕੜ ਸਾਹਿਬ ਦਾ ਕੀ ਕਾਬਿਆ? ਜੀ ਜੀ, ਸੋ ਅਸੀਂ ਸਿੰਘ ਸਾਹਿਬ ਜੀ ਦੇਖ ਲਓ ਇਹਨਾਂ ਦਾ ਕੀ ਕੱਦ ਨੇ, ਕੀ ਇਹਨਾਂ ਦੀ ਦੇਣ ਹੈ ਕੌਮ ਨੂੰ ਜੀ। ਸੋ ਮੈਂਬਰ ਬਣੇ ਫਿਰਦੇ ਨੇ, ਇਹਨਾਂ ਦੀ ਕੀ ਦੇਣ ਹੈ ਕੌਮ ਨੂੰ, ਇਹਨਾਂ ਦਾ ਕਿਸੇ ਵਿਸ਼ੇ ਤੇ ਕੀ ਮੁਹਾਰਤ ਹੈ ਇਹਨਾਂ ਕੋਲ। ਉਹ ਜਿਸ ਵੇਲੇ ਸਾਹਮਣੇ ਆਣਗੇ ਅਸੀਂ ਉਹਨਾਂ ਨੂੰ ਵੀ ਪੁੱਛ ਲਈਦਾ ਤੇ ਪੁੱਛਾਂਗੇ। ਪਰ ਫਿਲਹਾਲ ਜਿਹੜਾ ਕੈਲੰਡਰ ਦੇ ਮਸਲੇ ਤੇ ਇਹ ਭੰਬਲ ਪੂਸਾ ਇੱਕੋ ਤਰੀਕੇ ਨਾਲ ਖਤਮ ਹੋ ਸਕਦਾ ਹੈ
ਆਪ ਦੀ ਰਾਏ ਮੁਤਾਬਕ ਇਹਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਜਾਏ ਔਰ ਫਿਰ ਅੱਗੇ ਪੂਰੀ ਖਾਲੀ ਸਲੇਟ ਲੈ ਕੇ ਤੁਰਿਆ ਜਾਏ। ਇਹ ਆਪ ਦਾ ਸੰਦੇਸ਼ ਜਿਹੜਾ ਹੈ। ਸੋ ਬਹੁਤ ਬਹੁਤ ਆਪ ਦਾ ਧੰਨਵਾਦ ਹੈ ਸਿੰਘ ਸਾਹਿਬ ਜੀ, ਔਰ ਟਾਈਮ ਦੇਣ ਤੇ। ਵਾਹਿਗੁਰੂ ਜੀ ਕੀ ਫਤਿਹ।